हाँ जी, वैलकम टू माई यूट्यूब चैनल सुखप्रीत अकैडमी। अज आप PS टैट का जो नोटिफिकेशन आउट हो चुका वो डिस्कस करांगे। 2024 ਦੇ ਵਿੱਚ ਜਿਹੜਾ ਪੇਪਰ ਹੋਣ ਜਾ ਰਿਹਾ ਹੈਗਾ ਤੇ ਉਸ ਦੇ ਨਾਲ ਹੀ ਸਿਲੇਬਸ ਕੀ ਹੈ ਪੇਪਰ ਦਾ, ਕੌਣ ਐਲੀਜੀਬਲ ਹੈ। ਇਸ ਟਾਈਮ ਤੇ ਜੋ ਸਭ ਤੋਂ ਵੱਡਾ ਕੁਐਸਚਨ ਅਸੀਂ ਫੇਸ ਕਰ ਰਹੇ ਉਹ ਇਹ ਆ ਰਿਹਾ ਕਿ ਜਿਹੜੇ B.Ed ਫਸਟ ਈਅਰ 'ਚ ਨੇ ਜਾਂ ਫਿਰ BA B.Ed ਕਰ ਰਹੇ ਨੇ ਕਿ ਉਹ ਬੱਚੇ ਐਲੀਜੀਬਲ ਨੇ, ਕਿ ਉਹ ਇਹ ਪੇਪਰ ਦੇ ਸਕਦੇ ਨੇ, ਤੇ ਜੇਕਰ ਉਹ ਪੇਪਰ ਉਹ ਦੇ ਰਹੇ ਨੇ ਕਿ ਉਹਨਾਂ ਦਾ ਉਹ ਮੰਨਿਆ ਜਾਵੇਗਾ। ਇਹ ਸਾਰੇ ਕੁਐਸਚਨਸ ਦੇ ਆਨਸਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ। ਆਪਾਂ ਪੂਰੀ ਡਿਟੇਲ ਦੇ ਵਿੱਚ ਸਿਲੇਬਸ ਨੂੰ ਵੀ ਡਿਸਕਸ ਕਰਾਂਗੇ, ਕਿਹੜਾ ਕਿਹੜਾ ਸਿਲੇਬਸ ਹੈ, ਕਿਹੜਾ ਕਿਹੜਾ ਚੇਂਜ ਹੋਇਆ, ਜੇ ਕੁਛ ਚੇਂਜ ਹੋਇਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਹੀ ਦੱਸਾਂਗੇ। ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਹੁਣ PS ਟੈਟ ਦੀਆਂ ਜਿੰਨੀਆਂ ਵੀ ਨੋਟੀਫਿਕੇਸ਼ਨਸ ਹੋਣਗੀਆਂ, ਜਿੰਨੇ ਵੀ ਕੋਈ ਨਿਊ ਟੌਪਿਕ ਕਰਵਾਇਆ ਜਾ ਰਿਹਾ ਹੈਗਾ ਉਹ ਤੁਹਾਨੂੰ ਉਹਦਾ ਜਿਹੜਾ ਮਤਲਬ ਨੋਟੀਫਿਕੇਸ਼ਨ ਉਹ ਟਾਈਮ ਟੂ ਟਾਈਮ ਮਿਲਦਾ ਰਹੇ। ਹਾਂਜੀ, ਆਪਾਂ ਅੱਜ ਗੱਲ ਕਰ ਦਿਆਂਗੇ। ਪਹਿਲਾਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਹੀ ਚੁੱਕਿਆ ਹੋਊਗਾ ਕਿ ਜਿਹੜੇ ਉਹਦਾ ਟੈਸਟ ਹੈਗਾ ਉਹਦੀ ਜਿਹੜੀ ਡੇਟ ਆ ਉਹ ਅਨਾਊਂਸ ਹੋ ਚੁੱਕੀ ਹੈਗੀ। ਪੰਜਾਬ ਰਾਜ ਵਿਦਿਅਕ ਯੋਗ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ PS ਟੈਟ ਮਿਤੀ 1/12/2024 ਨੂੰ ਕੰਡਕਟ ਕਰਵਾਇਆ ਜਾ ਰਿਹਾ, ਮਤਲਬ 1 ਦਸੰਬਰ ਨੂੰ ਯੋਗ ਉਮੀਦਵਾਰ ਇਹ ਜਿਹੜੀ ਵੈਬਸਾਈਟ ਦਿੱਤੀ ਹੋਈ ਹੈ www.pstet.pseb.ac.in 'ਤੇ ਜਾ ਕੇ ਤੁਸੀਂ 16 ਤਰੀਕ ਤੋਂ ਲੈ ਕੇ 16 ਤਰੀਕ ਜਿਹੜੀ ਪਿੱਛੇ ਲੰਘ ਕੇ ਚੁੱਕੀ ਹੈ, ਅਗਲੇ 4 ਨਵੰਬਰ ਤੱਕ ਸ਼ਾਮ 10 ਵਜੇ ਤੱਕ ਤੁਸੀਂ ਔਨਲਾਈਨ ਜਿਹੜਾ ਅਪਲਾਈ ਕਰ ਸਕਦੇ ਹੋਗੇ। ਪ੍ਰੀਖਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨੂੰ ਉਪਰੋਕਤ ਵੈਬਸਾਈਟ 'ਤੇ ਸਮੇਂ ਟੂ ਸਮੇਂ ਸਿਰ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਤੇ ਹੁਣ ਜੇਕਰ ਆਪਾਂ ਇਹਦਾ ਕੀ ਡੇਟਸ ਦੇਖੀਏ ਤਾਂ ਜਿਹੜੀ ਮਤਲਬ ਨੋਟੀਫਿਕੇਸ਼ਨ 16 ਤਰੀਕ ਨੂੰ ਆਇਆ ਸੀ, ਰਜਿਸਟ੍ਰੇਸ਼ਨ ਵੀ ਉਸੇ ਦਿਨ ਹੀ ਸਟਾਰਟ ਹੋ ਚੁੱਕੀ ਸੀ ਅਤੇ ਸਮਾਪਤ 4 ਨਵੰਬਰ ਨੂੰ ਹੋ ਰਹੀ ਹੈਗੀ। ਜੇਕਰ ਕੁਛ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਕੁਛ ਗਲਤ ਫਿਲ ਕਰ ਸਕਦੇ ਹੋਗੇ ਤਾਂ ਉਹਦੇ ਲਈ ਮੋਡੀਫਿਕੇਸ਼ਨਸ 5 ਤੋਂ 8 ਤੱਕ ਕਰ ਸਕਦੇ ਹੋ ਤੁਸੀਂ। ਰੋਲ ਨੰਬਰ ਤੁਹਾਨੂੰ 18 ਤਰੀਕ ਨੂੰ ਮਿਲ ਜਾਣੇ ਆ। PS ਟੈਟ 1 ਦਸੰਬਰ ਨੂੰ ਹੈ ਅਤੇ ਨਤੀਜਾ ਜਿਹੜਾ 1 ਜਨਵਰੀ ਨੂੰ ਟੈਂਟੇਟਿਵ ਪਾਇਆ ਇਹਨਾਂ ਨੇ, ਤਾਂ ਉਮੀਦ ਹੈ ਕਿ ਜਨਵਰੀ ਦੇ ਵਿੱਚ ਜਾਂ ਫਿਰ ਫਰਵਰੀ ਦੇ ਫਸਟ ਵੀਕ ਤੱਕ ਰਿਜ਼ਲਟ ਹੈ ਜਿਹੜਾ ਉਹ ਆ ਜਾਊਗਾ। ਹਾਂਜੀ, ਹੁਣ ਆਪਾਂ ਜੇਕਰ ਗਾਈਡਲਾਈਨਸ ਦੀ ਗੱਲ ਕਰੀਏ ਕਿ ਕੌਣ ਅਪੀਅਰ ਹੋ ਸਕਦੇ ਆ ਪੇਪਰ ਦੇ ਵਿੱਚ। ਪਹਿਲਾਂ ਤਾਂ ਐਨੀ ਰੈਜ਼ੀਡੈਂਟ ਆਫ ਇੰਡੀਆ ਕੈਨ ਅਪੀਅਰ ਇਨ ਦਾ ਪੇਪਰ, ਜਿਹੜਾ ਵੀ ਇੰਡੀਆ ਨੂੰ ਬਿਲੋਂਗ ਕਰਦਾ। ਦ ਫੋਲੋਇੰਗ ਪਰਸਨਸ ਸ਼ੈਲ ਬੀ ਐਲੀਜੀਬਲ ਟੂ, ਇਹਨਾਂ ਨੇ ਮਤਲਬ ਅੱਗੇ ਪੁਆਇੰਟ ਬਣਾਇਆ। ਪਹਿਲਾ, ਅ ਪਰਸਨ ਹੂ ਹੈਜ਼ ਅਕਵਾਇਰਡ ਦ ਐਕੈਡੈਮਿਕ ਐਂਡ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਸਪੈਸੀਫਾਈਡ ਇਨ ਦ NCT ਨੋਟੀਫਿਕੇਸ਼ਨ ਡੇਟਡ 23 ਅਗਸਤ 2010। ਕਿ ਇਹ ਕੀ ਕਹਿ ਰਹੇ ਨੇ ਕਿ ਕੋਈ ਵੀ ਪਰਸਨ ਜਿਹਨੇ ਕੋਈ ਵੀ ਅਕੈਡਮਿਕ ਦੇ ਨਾਲ ਪ੍ਰੋਫੈਸ਼ਨਲ ਡਿਗਰੀ ਕਿਹੜੀ ਹੋਊਗੀ B.Ed, ਜਿਹੜੀ ਕਿ 2010 ਤੋਂ ਬਾਅਦ ਕਿਸੇ ਵੀ ਇਨਸਾਨ ਨੇ ਜੇ ਆਪਦੀ B.Ed ਕੰਪਲੀਟ ਕਰ ਰਹੀ ਹੈ ਨਾਲ ਉਹਨੇ ਆਪਦੀ ਗ੍ਰੈਜੂਏਸ਼ਨ ਕਰ ਰਹੀ ਹੈ ਤਾਂ ਉਹ ਅਪੀਅਰ ਹੋ ਸਕਦਾ ਹੈਗਾ। ਸੈਕਿੰਡ, ਅ ਪਰਸਨ ਹੂ ਇਜ਼ ਪਰਸੂਇੰਗ ਐਨੀ ਆਫ ਦਾ ਟੀਚਰ ਐਜੂਕੇਸ਼ਨ ਕੋਰਸ ਹੋਈ ਨੇ B.Ed, BA B.Ed, ETT ਸਪੈਸੀਫਾਈਡ ਇਨ ਦ NCT ਨੋਟੀਫਿਕੇਸ਼ਨ ਡੇਟਡ 23 ਅਗਸਤ 2000, ਉਹ ਵੀ 2010 ਤੋਂ ਬਾਅਦ ਜਿਹੜੇ ਹੁਣ ਤੱਕ ਮਤਲਬ ਜਿਹੜੇ ਪਰਸਿਊ ਕਰ ਰਹੇ ਨੇ, ਜਿਨ੍ਹਾਂ ਨੇ ਹੁਣ ਸਟਾਰਟ ਕੀਤੀ ਹੈਗੀ, ਉਹ ਬੱਚੇ ਵੀ ਐਲੀਜੀਬਲ ਹੈ। ਚਾਹੇ ਤੁਸੀਂ ਫਸਟ ਈਅਰ 'ਚੋਂ, ਚਾਹੇ ਤੁਸੀਂ ਸੈਕਿੰਡ ਈਅਰ 'ਚੋਂ, ਚਾਹੇ ਤੁਸੀਂ ਥਰਡ ਈਅਰ 'ਚੋਂ BA B.Ed ਦੇ, ਤਾਂ ਤੁਸੀਂ ਐਲੀਜੀਬਲ ਹੋ PS ਟੈਟ ਦੇ ਲਈ। ਦਿਸ ਇਜ਼ ਅ ਮੇਜਰ ਚੇਂਜ। The TET paper is taken by the department as per the directions or guidelines of NCTE. Similarly, this condition is applied to CTET also. I also want to mention here ਕਿਉਂਕਿ CTET ਦਾ ਐਗਜ਼ਾਮ ਵੀ ਹੋਣ ਵਾਲਾ ਹੈ ਅਤੇ CTET ਦੇ ਵਿੱਚ ਵੀ ਬੱਚੇ ਤੁਸੀਂ ਐਲੀਜੀਬਲ ਹੋ, ਚਾਹੇ ਤੁਸੀਂ ਕਿਸੇ ਵੀ ਸਮੈਸਟਰ ਦੇ ਵਿੱਚ ਹੋਗੇ, ਤਾਂ ਕਾਈਂਡਲੀ ਆਪਣੇ ਐਗਜ਼ਾਮਸ ਜ਼ਰੂਰ ਦਿਓ ਤਾਂ ਕਿ ਡਿਊਰਿੰਗ B.Ed ਜਾਂ ਡਿਊਰਿੰਗ BA B.Ed ਤੁਸੀਂ ਆਪਣਾ ਐਗਜ਼ਾਮ ਕਰੈਕ ਕਰਕੇ ਆਪਣੀ ਜਿਹੜੀ ਜੋਬ ਹੈ ਉਸ 'ਤੇ ਇੱਕ ਕਦਮ ਹੋਰ ਅੱਗੇ ਵੱਧ ਜਾਓ। ਦ ਟੈਟ ਪੇਪਰ ਦਿਸ ਇਜ਼ ਡਨ। ਤਾਂ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਫੋਲੋਇੰਗ ਨਿਊ ਸਬਜੈਕਟਸ, ਕੁਛ ਨਿਊ ਸਬਜੈਕਟਸ ਐਡ ਕੀਤੇ ਗਿਆ ਇਨ ਐਡੀਸ਼ਨ ਟੂ ਸੋਸ਼ਲ ਸਾਇੰਸ ਐਂਡ ਮੈਥ। ਦੇਖੋ ਅੱਗੇ ਤਾਂ 2 ਹੀ ਹੁੰਦੇ ਸੀਗੇ, ਸੋਸ਼ਲ ਸਾਇੰਸ ਦਾ ਹੁੰਦਾ ਸੀ ਜਾਂ ਤਾਂ ਕੰਬੀਨੇਸ਼ਨ ਜਾਂ ਸਾਇੰਸ ਮੈਥ ਦਾ ਹੁੰਦਾ ਸੀ, ਬਟ ਹੁਣ ਇਹਨਾਂ ਨੇ PS ਟੈਟ 2024 'ਚ ਨਵੇਂ ਜਿਹੜੇ ਐਡ ਕੀਤੇ ਆ। ਪਹਿਲਾਂ ਤਾਂ ਆਰਟ ਐਂਡ ਕਰਾਫਟ ਦੇ ਟੀਚਰ ਲਈ, ਸੈਕਿੰਡ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਦੇ ਲਈ, ਥਰਡ ਹੋਮ ਸਾਇੰਸ ਟੀਚਰ ਦੇ ਲਈ, ਫੋਰਥ ਉਰਦੂ ਟੀਚਰ ਲਈ ਉਰਦੂ ਆ ਗਈ, ਮਿਊਜ਼ਿਕ ਟੀਚਰ ਲਈ ਮਿਊਜ਼ਿਕ ਆ ਗਿਆ, ਸੰਸਕ੍ਰਿਤ ਲਈ ਸੰਸਕ੍ਰਿਤ ਆ ਗਈ। ਅੱਗੇ ਕੀ ਹੁੰਦਾ ਸੀ, ਮਿਊਜ਼ਿਕ ਲਈ, ਹੋਮ ਸਾਇੰਸ ਲਈ ਇਹਨਾਂ ਲਈ PS ਟੈਟ ਹੁੰਦਾ ਹੀ ਨਹੀਂ ਸੀਗਾ, ਤਾਂ ਇਸ ਟਾਈਮ 'ਤੇ ਇਹਨਾਂ ਨੇ ਕਲੀਅਰ ਕਰਤਾ ਕਿ ਇਹਨਾਂ ਦਾ ਵੀ ਐਗਜ਼ਾਮ ਹੋਊਗਾ, ਠੀਕ ਹੈ। ਜਾਂ ਫਿਰ ਐਨੀ ਅਦਰ ਟੀਚਰ ਈਦਰ ਸੋਸ਼ਲ ਸਾਇੰਸ ਔਰ ਮੈਥ ਔਰ ਸਾਇੰਸ। ਨੋ ਸਪੈਸੀਫਿਕ ਮਿਨੀਮਮ ਔਰ ਮੈਕਸੀਮਮ ਏਜ ਇਜ਼ ਲਿਮਿਟ ਪ੍ਰਸਕ੍ਰਾਈਬਡ ਫॉर द कैंडिडेट, ਕੋਈ ਮੈਕਸੀਮਮ ਏਜ ਨਹੀਂ ਹੈਗੀ।
ਉਸ ਤੋਂ ਬਾਅਦ ਫੀਸ ਹੈਗੀ ਜਿਹੜੀ ਉਹ ਨੋਨ ਰਿਫੰਡੇਬਲ ਹੈ ਅਤੇ ਨੋਨ ਟਰਾਂਸਫੇਰੇਬਲ ਹੈ। ਸਭ ਤੋਂ ਵੱਡੀ ਗੱਲ, ਜਨਰਲ ਦੇ ਲਈ 1000 ਰੁਪੀਜ਼ ਪੇਪਰ 1 ਦਾ, 1000 ਰੁਪੀਜ਼ ਹੀ ਪੇਪਰ 2 ਦਾ, 2000 ਟੋਟਲ ਬਣਦਾ। ਬਟ ਪੇਪਰ 1 ETT ਵਾਲੇ ਭਰਨਗੇ, ਪੇਪਰ 2 B.Ed ਵਾਲੇ ਭਰਨਗੇ। ਸਿਮਿਲਰਲੀ SC ST ਲਈ 500 ਹੈ, ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈਗੀ, ਅਦਰ ਸਟੇਟ ਦੇ ਲਈ ਵੀ 1000 ਹੀ ਹੈ। If dependent of ex-serviceman, then fee shall be paid as per categories listed above. A candidate can register his or her email ID and mobile number। ਸਭ ਤੋਂ ਪਹਿਲਾਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਉਸ ਸਾਈਟ 'ਤੇ ਜਾ ਕੇ। ਜਿੱਦਾਂ ਹੀ ਤੁਹਾਡੀ ਰਜਿਸਟ੍ਰੇਸ਼ਨ ਹੋਗੀ ਤੁਹਾਨੂੰ ਇੱਕ ID ਅਤੇ ਪਾਸਵਰਡ ਮਿਲੂਗਾ ਫਿਰ ਤੁਸੀਂ ਉੱਥੋਂ ਲੌਗਇਨ ਕਰਕੇ ਆਪਣੀਆਂ ਜਿਹੜੀਆਂ ਬੇਸਿਕ ਡਿਟੇਲਸ ਆ, ਫੋਟੋ, ਸਿਗਨੇਚਰ, ਅਕੈਡਮਿਕ ਡਿਟੇਲਸ, ਟੈਸਟ ਦੀਆਂ ਡਿਟੇਲਸ, ਤੁਸੀਂ ਕਿਹੜਾ ਮਤਲਬ ਸਬਜੈਕਟ ਲਈ ਅਪਲਾਈ ਕਰਨਾ ਚਾਹੁੰਦੇ ਹੋਗੇ, ਸਾਰਾ ਕੁਝ ਤੁਸੀਂ ਉਹਦੇ 'ਚ ਭਰੋਗੇ, ਫੀਸ ਭਰੋਗੇ ਫਾਈਨਲ ਐਂਡ 'ਤੇ। ਇੱਕ ਗੱਲ ਹੋ ਰਿਹਾ, ਈਮੇਲ ID ਅਤੇ ਮੋਬਾਈਲ ਨੰਬਰ ਤੁਹਾਡਾ ਆਪਦਾ ਹੋਣਾ ਚਾਹੀਦਾ, ਕਿਉਂਕਿ ਕਹਿੰਦੇ ਉਹ ਅਸੀਂ ਫਰਦਰ ਫਿਊਚਰ ਕੋਰਸਪੋਂਡੈਂਸ ਦੇ ਲਈ ਵੀ ਯੂਜ਼ ਕਰਾਂਗੇ। ਇੱਕ ਕੈਟਾਗਰੀ ਦੇ ਵਿੱਚ ਹੀ ਅਪਲਾਈ ਕਰ ਸਕਦਾ ਇੱਕ ਕੈਂਡੀਡੇਟ, ਉਹ ਦੋਨੋਂ ਪੇਪਰਾਂ 'ਚ ਵੀ ਅਪਲਾਈ ਕਰ ਸਕਦਾ। ਉਹ ਡਿਪੈਂਡ ਕਰਦਾ ਉਹਦੀ ਕਹਿੰਦੇ ਕੁਆਲੀਫਿਕੇਸ਼ਨ ਕੀ ਆ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ NCTE ਦੇ ਅਕੋਰਡਿੰਗ। ਅਤੇ ਇੱਥੇ ਕਹਿ ਰਹੇ ਨੇ ਕਿ ਕੈਂਡੀਡੇਟ ਸੈਟਿਸਫਾਈ ਕਰਨਾ ਚਾਹੀਦਾ ਜਿਹੜਾ ਵੀ ਐਲੀਜੀਬਿਲਿਟੀ ਇਹਨਾਂ ਨੇ ਮੰਗੀ ਹੈਗੀ ਬਿਫੋਰ ਅਪਲਾਈਂਗ, ਐਂਡ ਸ਼ੈਲ ਬੀ ਪਰਸਨਲੀ ਰਿਸਪੋਂਸੀਬਲ ਇਫ ਹੀ ਔਰ ਸ਼ੀ ਇਜ਼ ਨਾਟ ਐਲੀਜੀਬਲ ਟੂ ਅਪਲਾਈ। ਅਤੇ ਜੇਕਰ ਉਹ ਨਹੀਂ ਹੈਗਾ ਤਾਂ ਉਹ ਖੁਦ ਰਿਸਪੋਂਸੀਬਲ ਆ, ਉਹ ਬਾਅਦ 'ਚ ਕਲੇਮ ਨਹੀਂ ਕਰ ਸਕਦਾ ਕਿ ਮੇਰੀ ਫੀਸ ਵਾਪਸ ਕਰੋ ਜਾਂ ਕੁਛ ਵੀ ਐਨੀਥਿੰਗ। ਲੈਂਗੁਏਜ ਬਾਈਲਿੰਗੁਅਲ ਹੋਊਗਾ। ਵੈਲਿਡਿਟੀ ਪੀਰੀਅਡ ਆਫ PS STET ਵਿਲ ਵੀ ਲਾਈਫ ਟਾਈਮ। ਸਾਰੀਆਂ ਹੀ ਮਤਲਬ ਕੈਟੇਗਰੀਜ਼ ਦੇ ਵਿੱਚ ਲਾਈਫ ਟਾਈਮ ਹੈਗੀ। ਤੁਸੀਂ ਇੱਕ ਵਾਰੀ ਕਲੀਅਰ ਕਰ ਦਿਓ ਤੁਹਾਡਾ ਲਾਈਫ ਟਾਈਮ ਲਈ ਕਲੀਅਰ ਮੰਨਿਆ ਜਾਊਗਾ। ਉਹ ਅੱਗੇ 7 ਸਾਲ ਹੁੰਦੇ ਸੀ। ਕੈਂਡੀਡੇਟ ਮਸਟ ਫਿਲ ਦ ਡਿਟੇਲਸ ਵੈਰੀ ਕੇਅਰਫੁਲੀ। ਜੇਕਰ ਕੁਛ ਇਨਕਰੈਕਟ ਹੁੰਦਾ ਤਾਂ ਕੈਂਡੀਡੇਟ ਡਿਸਕੁਆਲੀਫਾਈ ਹੋ ਜਾਊਗਾ। ਉਸ ਤੋਂ ਬਾਅਦ ਇਹ ਇੰਸਟਰਕਸ਼ਨ ਦਿੱਤੀਆਂ ਡਿਊਰਿੰਗ ਐਗਜ਼ਾਮ। ਇਹ ਆਪਾਂ ਵੈਸੇ ਪੇਪਰ ਦੇ ਟਾਈਮ ਵੀ ਇੱਕ ਵਾਰੀ ਚੈੱਕ ਕਰ ਲਾਂਗੇ। ਉਹਦੇ 'ਚ ਉਹੀ ਹੈ ਜੀ, ਤੁਸੀਂ ਆਪਦਾ ਐਡਮਿਟ ਕਾਰਡ ਲੈ ਕੇ ਜਾਓਗੇ, ID ਕਾਰਡ ਲੈ ਕੇ ਜਾਓਗੇ, ਅਤੇ ਜੇਕਰ ਉਮੀਦਵਾਰ ਦੇ ਐਡਮਿਟ ਕਾਰਡ ਉੱਤੇ ਸਕੈਨਡ ਫੋਟੋ ਨਹੀਂ ਹੈ ਤਾਂ ਉਹ ਫਿਰ ਕਿਸੇ ਵੀ ਗੈਸਟਡ ਆਫਿਸਰ ਤੋਂ ਆਪਦੀ ਫੋਟੋ ਨੂੰ ਸਕੈਨ ਕਰਕੇ ਤਕਸੀਦ ਕਰਾਏਗਾ। ਅਤੇ ਕੋਈ ਵੀ ਅੰਦਰ ਪੈਨ, ਖਾਲੀ ਪੇਪਰ ਜਾਂ ਮੋਬਾਈਲ ਫੋਨ ਜਾਂ ਸਮਾਰਟਫੋਨ ਜਾਂ FM ਰੇਡੀਓ, ਕੈਲਕੂਲੇਟਰ ਵਗੈਰਾ ਕੁਛ ਵੀ ਅਲਾਊਡ ਨਹੀਂ ਹੁੰਦਾ। ਪੀਣ ਵਾਲੀ ਵਾਟਰ ਬੋਟਲ ਵੀ ਟਰਾਂਸਪੇਰੈਂਟ ਹੋਣੀ ਚਾਹੀਦੀ ਆ। ਕੋਈ ਵੀ ਅਲਕੋਹਲਿਕ ਚੀਜ਼ ਨਹੀਂ ਲੈ ਕੇ ਜਾਣੀ ਚਾਹੀਦੀ, ਜਾਂ ਜੇ ਪਾਈ ਜਾਂਦੀ ਹੈ ਮਤਲਬ ਉਹਦਾ ਟੈਸਟ ਹੁੰਦਾ ਅਤੇ ਉਹਨੂੰ ਪੇਪਰ ਨੂੰ ਰੱਦ ਕਰ ਦਿੱਤਾ ਜਾਊਗਾ ਉਹਦੇ ਨੂੰ, ਅਤੇ ਉਹ ਆਪਦੀ ਰੋਲ ਨੰਬਰ ਵਾਲੀ ਸੀਟ 'ਤੇ ਹੀ ਬੈਠੇਗਾ। ਠੀਕ ਹੈ। ਜਿਹੜੇ ਡਿਫਰੈਂਟਲੀ ਏਬਲਡ ਹੁੰਦੇ ਆ ਬੱਚੇ, ਜਿਵੇਂ ਕਈਆਂ ਨੂੰ ਮਤਲਬ ਘੱਟ ਵਿਜ਼ੀਬਿਲਿਟੀ ਹੁੰਦੀ ਹੈ ਕਈਆਂ ਦੀ, ਜਾਂ ਪਾਰਸ਼ਲੀ ਹੁੰਦੇ ਆ, ਜਾਂ ਫੁੱਲੀ ਮਤਲਬ ਹੈ ਨਾ ਵਿਜ਼ੂਅਲੀ ਇੰਪੇਅਰਡ ਹੁੰਦੇ ਆ, ਤਾਂ ਉਹਨਾਂ ਨੂੰ ਮਤਲਬ ਅਲੱਗ ਟਾਈਮ ਦਿੱਤਾ ਜਾਊਗਾ ਅਤੇ ਉਹਨਾਂ ਨੂੰ ਇੱਕ ਰਾਈਟਰ ਲਿਆਉਣ ਦੀ ਵੀ ਇਜਾਜ਼ਤ ਹੋਊਗੀ ਆਪਦੇ ਨਾਲ। ਉਹ ਆਪਦੇ ਨਾਲ ਇੱਕ ਰਾਈਟਰ ਲੈ ਕੇ ਆ ਸਕਦੇ ਹੈਗੇ, ਪਰ ਉਹਨਾਂ ਨੂੰ ਆਪਦਾ ਸਰਟੀਫਿਕੇਟ ਦਿਖਾਉਣਾ ਪਊਗਾ। ਠੀਕ ਹੈ। ਹੋਰ ਇਹਦੇ ਵਿੱਚ OMR ਸੀਟ 'ਤੇ ਆਪਣੇ ਵੇਰਵੇ ਜਿਹੜਾ ਵੀ ਤੁਸੀਂ ਲਿਖਣਾ ਹੈਗਾ ਕੁਛ ਧਿਆਨਪੂਰਵਕ ਭਰਨਾ ਹੈਗਾ, ਨਾਮ, ਰੋਲ ਨੰਬਰ, ਸੈਂਟਰ ਕੋਡ, ਸਾਰਾ ਕੁਛ। ਇਹ ਵੇਰਵੇ ਐਡਮਿਟ ਕਾਰਡ ਅਤੇ ਪ੍ਰਸ਼ਨ ਪੱਤਰ ਨਾਲ ਮਿਲਾ ਲਏ ਜਾਣ। ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਠੀਕ ਹੈ। ਕੋਈ ਤਰ੍ਹਾਂ ਦੀ ਨੈਗੇਟਿਵ ਮਾਰਕਿੰਗ ਨਹੀਂ ਹੈਗੀ। ਹਰ ਪ੍ਰਸ਼ਨ ਦੇ ਲਈ ਇੱਕ ਨੰਬਰ ਹੀ ਹੋਵੇਗਾ। ਉਮੀਦਵਾਰ ਵੱਲੋਂ OMR ਸ਼ੀਟ 'ਤੇ ਕੋਈ ਵੀ ਸਪੈਸ਼ਲ ਮਾਰਕ ਨਾ ਲਗਾਇਆ ਜਾਵੇ। ਜੇਕਰ ਉਹ ਕੋਈ ਸਪੈਸ਼ਲ ਮਾਰਕ ਉਮੀਦਵਾਰ ਦੀ ਸ਼ੀਟ 'ਤੇ ਪੈ ਜਾਂਦਾ ਤਾਂ ਉਸ ਦੀ OMR ਸ਼ੀਟ ਰੱਦ ਕੀਤੀ ਜਾਵੇਗੀ। ਜਦ ਤੱਕ ਉਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਬੁੱਕਲੈਟ ਖੋਲ੍ਹਣ ਨੂੰ ਨਾ ਕਿਹਾ ਜਾਵੇ ਉਸ ਸਮੇਂ ਤੱਕ ਬੁੱਕਲੈਟ ਨਹੀਂ ਖੋਲ੍ਹੀ ਜਾਊਗੀ, ਅਤੇ ਜੇਕਰ ਉਹ ਖੋਲ੍ਹਦਾ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। ਜਿਹੜੇ ਸਰਕਾਰੀ ਕਰਮਚਾਰੀ PS STET ਦਾ ਇਮਤਿਹਾਨ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਆਪਣੇ ਪੱਤਰੀ ਵਿਭਾਗ ਤੋਂ ਪੂਰਵ ਅਨੁਮਾਨ ਪ੍ਰਵਾਨਗੀ ਲੈਣੀ ਲਾਜ਼ਮੀ ਹੈ, ਅਤੇ ਪ੍ਰੀਖਿਆ ਦੇਣ ਦਾ ਕਾਰਨ ਵੀ ਸਪਸ਼ਟ ਕਰਨਾ ਲਾਜ਼ਮੀ ਹੈ। ਉਮੀਦਵਾਰ ਰਫ ਕੰਮ ਪ੍ਰਸ਼ਨ ਪੱਤਰ ਬੁੱਕਲੈਟ 'ਤੇ ਖਾਲੀ ਜਗ੍ਹਾ ਉੱਪਰ ਕਰ ਸਕਦੇ ਹਨ। ਉਮੀਦਵਾਰ ਨੂੰ ਇਸ ਸੰਬੰਧਿਤ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ, ਕੋਈ TA DA ਨਹੀਂ ਮਿਲੂਗਾ। ਠੀਕ ਹੈ। ਉਸ ਤੋਂ ਬਾਅਦ ਇਹਦਾ ਸਟਰਕਚਰ ਕੀ ਹੈ? ਵੈਸੇ ਸਟਰਕਚਰ ਸੇਮ ਹੀ ਆ। 30 ਮਾਰਕਸ ਦੀ ਪੈਡਾਗੋਜੀ ਆਊਗੀ, ਲੈਂਗੁਏਜ ਆਊ 30 ਮਾਰਕਸ ਦੀ, ਦੋ ਲੈਂਗੁਏਜਸ ਹੁੰਦੀਆਂ, ਮੈਥਮੈਟਿਕਸ ਹੋ ਗਿਆ, ਇਨਵਾਇਰਮੈਂਟਲ ਸਟੱਡੀਜ਼ ਹੋ ਗਿਆ। ਇਹ ਹੋ ਗਿਆ PS STET 1 ਦਾ ਐਗਜ਼ਾਮ। ਠੀਕ ਹੈ। PS STET 2 ਦੇ ਲਈ ਆ ਗਿਆ ਪਹਿਲਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, 30 ਮਾਰਕਸ 'ਤੇ ਆਊਗੀ। ਲੈਂਗੁਏਜ 30 ਮਾਰਕਸ 'ਤੇ ਆਊਗੀ। ਲੈਂਗੁਏਜ ਜਿਹੜੀ ਦੂਜੀ ਹੋਗੀ, ਜਿਵੇਂ ਸਪੋਜ਼ ਇੰਗਲਿਸ਼, ਹਿੰਦੀ, ਪੰਜਾਬੀ 'ਚ ਕੋਈ 2 ਕਰਨੀ ਹੈ ਤਾਂ ਤੁਸੀਂ 30 ਮਾਰਕਸ 'ਤੇ ਕਰੋਗੇ। ਮੈਥਮੈਟਿਕਸ ਅਤੇ ਸਾਇੰਸ ਦੇ ਲਈ 30 ਮਾਰਕਸ 'ਤੇ 30 ਮਾਰਕਸ ਦੀ ਸਾਇੰਸ ਆਉਂਦੀ ਹੈ, 30 ਮਾਰਕਸ ਦਾ ਮੈਥ ਆਉਂਦਾ। ਸੋਸ਼ਲ ਸਟੱਡੀਜ਼ ਦੇ ਲਈ 60 ਮਾਰਕਸ ਦੀ SST ਆਉਂਦੀ ਹੈ, ਜਿਹਦੇ 'ਚ ਹਿਸਟਰੀ, ਜੋਗਰਾਫੀ, ਪੋਲੀਟੀਕਲ ਸਾਇੰਸ, ਈਵਨ ਦੋ ਇਕਨੋਮਿਕਸ ਦੇ ਕੁਛ ਮਿਕਸਡ ਕੁਐਸਚਨਸ ਹੁੰਦੇ ਨੇਗੇ। ਆਰਟ ਐਂਡ ਕਰਾਫਟ ਦੇ ਟੀਚਰ ਦੇ ਲਈ 60 ਕੁਐਸਚਨ ਆਉਣਗੇ। ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਲਈ ਵੀ 60 ਆਉਣਗੇ। ਹੋਮ ਸਾਇੰਸ ਲਈ ਅਲੱਗ ਤੋਂ 60 ਆਉਣਗੇ। ਉਰਦੂ ਲਈ ਅਲੱਗ ਤੋਂ 60, ਮਿਊਜ਼ਿਕ ਲਈ ਅਲੱਗ ਤੋਂ 60, ਔਰ ਸੰਸਕ੍ਰਿਤ ਦੇ ਲਈ ਵੀ ਅਲੱਗ ਤੋਂ 60 ਕੁਐਸਚਨਸ ਹੀ ਆਉਣਗੇ। ਠੀਕ ਹੈ। ਜੇਕਰ ਆਪਾਂ ਹੁਣ ਕੰਟੈਂਟ ਦੀ ਗੱਲ ਕਰੀਏ ਤਾਂ ਪੇਪਰ 1 ਹੈ ਜਿਹੜਾ ਉਹ 1 to 5th ਕਲਾਸ ਦੇ ਲਈ ਹੁੰਦਾ, ਪ੍ਰਾਇਮਰੀ ਕਲਾਸਿਸ ਦੇ ਲਈ ਹੁੰਦਾ ਹੈਗਾ, ਜਿਹੜੇ ਮੈਂ ETT ਕਿਹਾ। ਪੇਪਰ 2 TGT ਦੇ ਲਈ ਆ ਜਾਂਦਾ, ਟ੍ਰੇਨਡ ਗ੍ਰੈਜੂਏਟ ਟੀਚਰਸ ਦੇ ਲਈ, ਹੈ ਨਾ। ਪੇਪਰ 1 ਕਹਿੰਦੇ 2.5 ਆਵਰ ਦਾ ਹੋਊਗਾ। ਇਹਦੇ ਵਿੱਚ ਆਪਾਂ ਕਰ ਵੀ ਲਿਆ। ਜੇਕਰ ਆਪਾਂ ਹੁਣ ਇਹਦੇ ਵਿੱਚ ਸਿਲੇਬਸ ਦੀ ਗੱਲ ਕਰੀਏ, ਪਹਿਲਾਂ ਆ ਗਿਆ
ਨੇਚਰ ਐਂਡ ਸਟੈਂਡਰਡ ਆਫ ਕੁਐਸਚਨਸ, ਇਹਦੇ ਵਿੱਚ ਦਾ ਟੈਸਟ ਆਈਟਮਸ ਮਤਲਬ ਇਹ ਤਾਂ ਦੱਸਿਆ ਹੋਏਗਾ ਕਿ 11 ਤੋਂ 14 ਸਾਲ ਦੇ ਬੱਚੇ ਨੂੰ ਧਿਆਨ 'ਚ ਰੱਖ ਕੇ ਜਿਹੜੇ ਕੁਐਸਚਨਸ ਬਣਾਏ ਜਾਣਗੇ। ਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਪੇਪਰ 1 ਦੀ, ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਕੰਸੈਪਟ ਆਫ ਡਿਵੈਲਪਮੈਂਟ, ਪ੍ਰਿੰਸੀਪਲਸ, ਇਨਫਲੂਐਂਸ ਆਫ ਹੈਰੀਡਿਟੀ, ਸੋਸ਼ਲਾਈਜੇਸ਼ਨ ਪ੍ਰੋਸੈਸ, ਥਿਊਰੀਜ਼ ਆ ਗਈਆਂ। ਇਹ ਬਿਲਕੁਲ ਸੇਮ ਹੀ ਆ ਲਗਭਗ ਪੇਪਰ 2 ਦੇ ਨਾਲ। ਲੈਂਗੁਏਜ ਐਂਡ ਥਾਟ, ਮਲਟੀ ਡਿਮੈਂਸ਼ਨਲ ਇੰਡੀਵਿਜੂਅਲ ਡਿਫਰੈਂਸਿਸ, ਅਸੈਸਮੈਂਟ ਕ੍ਰਾਈਟੀਰੀਆਜ਼ ਆ ਗਏ ਹੈ ਨਾ, ਇਨਕਲੂਸਿਵ ਐਜੂਕੇਸ਼ਨ ਆ ਗਿਆ, ਲਰਨਰਸ ਵਿਦ ਡਾਇਵਰਸ ਬੈਕਗਰਾਊਂਡ, ਲਰਨਰ ਐਂਡ ਪੈਡਾਗੋਜੀ ਆ ਗਿਆ। ਇਹ ਆਲਮੋਸਟ ਸੇਮ ਹੈ। ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਸਿਲੇਬਸ ਸਾਰਾ ਹੀ ਆਪਾਂ ਆਪਣੀ ਮੇਰੇ ਚੈਨਲ ਦੇ ਉੱਤੇ ਪਿਆ ਹੋਇਆ, ਤੁਸੀਂ ਉੱਥੋਂ ਜਾ ਕੇ ਆਪਣੀਆਂ ਕਲਾਸਿਸ ਲਗਾ ਸਕਦੇ ਹੋਗੇ। ਮੇਰੇ ਸੈਲਫ ਰਿਟਨ ਨੋਟਸ ਤੋਂ ਹੀ ਮੈਂ ਜ਼ਿਆਦਾਤਰ ਜਿਹੜਾ ਸਿਲੇਬਸ ਆ ਉਹ ਕਰਵਾਇਆ ਹੋਇਆ ਹੈਗਾ। ਤੁਹਾਨੂੰ ਉਮੀਦ ਆ ਉੱਥੋਂ ਬਹੁਤ ਵਧੀਆ ਸਮਝ ਆਊਗਾ। ਸਟਿਲ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਿਸੇ ਵੀ ਟੌਪਿਕ ਨੂੰ ਦੁਬਾਰਾ ਕਰਨਾ ਉੱਥੇ ਕਮੈਂਟ ਛੱਡ ਸਕਦੇ ਹੋਗੇ, ਠੀਕ ਹੈ। ਉਸ ਤੋਂ ਬਾਅਦ ਲੈਂਗੁਏਜਸ ਦੀ ਗੱਲ ਕਰੀਏ, ਪੰਜਾਬੀ ਦੇ ਵਿੱਚ ਲਰਨਿੰਗ ਐਂਡ ਐਕੁਜੀਸ਼ਨ, ਇੱਕ ਪੈਡਾਗੋਜੀ ਦੇ ਕੁਐਸਚਨਸ ਆਉਣਗੇ, ਇੱਕ ਕੰਪਰੀਹੈਂਸ਼ਨ ਆਊਗਾ, ਅਤੇ ਸਿਮਿਲਰਲੀ ਇੰਗਲਿਸ਼ ਦੇ ਵਿੱਚ ਆਊਗਾ ਪੈਡਾਗੋਜੀ ਅਤੇ ਕੰਪਰੀਹੈਂਸ਼ਨ। ਮੈਥ ਦੇ ਵਿੱਚ ਜਿਓਮੈਟਰੀ ਹੋ ਗਿਆ, ਸ਼ੇਪ। ਮੈਥ ਅਤੇ ਸਾਇੰਸ ਦਾ ਸਿਲੇਬਸ ਥੋੜ੍ਹਾ ਵੱਖਰਾ ਹੁੰਦਾ ਹੈਗਾ। ਇਹਦੇ ਵਿੱਚ ਮੈਥ ਥੋੜ੍ਹਾ ਜਿਹਾ ਈਜ਼ੀ ਹੁੰਦਾ, ਡਾਟਾ ਹੈਂਡਲਿੰਗ, ਵੋਲਿਊਮ, ਟਾਈਮ, ਮਨੀ, ਹੈ ਨਾ। ਸਿਮਿਲਰਲੀ EVS ਦੇ ਵਿੱਚ ਰਿਲੇਸ਼ਨਸ਼ਿਪ, ਵਰਕ ਐਂਡ ਪਲੇ, ਐਨੀਮਲ, ਪਲਾਂਟ, ਫੂਡ, ਸ਼ੈਲਟਰ, ਵਾਟਰ, ਟਰੈਵਲ ਇਸ ਆਲਮੋਸਟ ਸੇਮ ਆ ਜਿਹੜਾ ਪਿੱਛੇ ਚੱਲਦਾ ਆ ਰਿਹਾ ਹੈਗਾ। ਫਿਰ ਪੈਡਾਗੋਜੀਕਲ ਇਸ਼ੂਜ਼ ਆ ਜਾਂਦੇ ਹੈਗੇ, ਸਕੋਪ ਆਫ EVS, ਸਿਗਨੀਫਿਕੈਂਸ ਆਫ EVS, ਲਰਨਿੰਗ ਪ੍ਰਿੰਸੀਪਲਸ, ਸੋਸ਼ਲ ਸਾਇੰਸ ਦਾ ਕੀ ਸਕੋਪ ਹੈ, ਐਕਟੀਵਿਟੀਜ਼, ਐਕਸਪੈਰੀਮੈਂਟੇਸ਼ਨ, CCE, ਹੈ ਨਾ। ਉਸ ਤੋਂ ਬਾਅਦ ਐਲੀਮੈਂਟਰੀ ਸਟੇਜ ਦੇ ਲਈ ਆ ਗਿਆ ਚਾਈਲਡ ਡਿਵੈਲਪਮੈਂਟ ਦਾ। ਮੈਂ ਤੁਹਾਨੂੰ ਦੱਸਿਆ ਸੀ ਸੇਮ ਹੀ ਆ ਲਗਭਗ। ਡਿਵੈਲਪਮੈਂਟ ਦਾ ਕੰਸੈਪਟ, ਪ੍ਰਿੰਸੀਪਲਸ 'ਚੋਂ ਤਾਂ ਹਰ ਸਾਲ ਹੀ ਕੁਐਸਚਨ ਆਉਂਦਾ। ਮੇਰੇ ਵੀਡੀਓਜ਼ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਚੱਲ ਜੂਗਾ ਕਿ ਕਿਹੜੇ ਟੌਪਿਕ ਦੇ ਵਿੱਚੋਂ ਹਰ ਸਾਲ ਕੁਐਸਚਨ ਪੁੱਛਿਆ ਜਾਂਦਾ, ਅਤੇ ਆਪਾਂ ਪ੍ਰੀਵੀਅਸ ਕੁਐਸਚਨਸ ਵੀ ਕਵਰ ਕੀਤੇ ਹੋਏ ਨੇਗੇ। ਪਿਆਜੇ ਦੀ ਥਿਊਰੀਜ਼ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਈਆਂ ਗਈਆਂ ਨੇ। ਜੇਕਰ ਤੁਸੀਂ ਇੱਕ ਵਾਰੀ ਮੇਰੀ ਵੀਡੀਓ ਥਿਊਰੀਜ਼ ਦੀ ਧਿਆਨ ਨਾਲ ਸੁਣਦੇ ਹੋ ਤਾਂ ਤੁਹਾਨੂੰ ਕਿਤੋਂ ਹੋਰ ਵੀਡੀਓ ਕਰਨ ਦੀ ਜ਼ਰੂਰਤ ਹੀ ਨਹੀਂ ਪਊਗੀ। ਮਲਟੀ ਡਾਇਮੈਂਸ਼ਨਲ ਹੋ ਗਈ, ਬਾਇਗੋਸਕੀ ਹੋ ਗਿਆ, ਕੋਲਵਰਗ ਹੋ ਗਿਆ, ਸਾਰੀਆਂ ਹੀ ਥਿਊਰੀਜ਼ ਮੇਰੇ ਚੈਨਲ ਦੇ ਉੱਤੇ ਪਈਆਂ ਹੋਈਆਂ ਨੇਗੀਆਂ। ਸਟਿਲ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋਗੇ। ਉਸ ਤੋਂ ਬਾਅਦ ਲੈਂਗੁਏਜਸ ਦਾ ਵਿੱਚ ਵੀ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਵੀ ਸੇਮ ਹੀ ਆ, ਪੈਡਾਗੋਜੀ ਵੀ ਆਊਗੀ, ਅਤੇ ਨਾਲ ਦੀ ਨਾਲ ਜਿਹੜਾ ਕੀ ਹੈਗਾ ਤੁਹਾਨੂੰ ਕੰਪਰੀਹੈਂਸ਼ਨ ਵੀ ਦੇਖਣ ਨੂੰ ਮਿਲੂਗਾ। ਮੈਥਮੈਟਿਕਸ ਐਂਡ ਸਾਇੰਸ ਦੇ ਵਿੱਚ ਮੈਥ ਦੇ ਵਿੱਚ ਨੋਇੰਗ ਆਰ ਨੰਬਰ ਸਿਸਟਮ, ਅਲਜੈਬਰਾ, ਜਿਓਮੈਟਰੀ, ਮੈਂਸੂਰੇਸ਼ਨ ਹੋ ਗਿਆ, ਪੈਡਾਗੋਜੀਕਲ ਇਸ਼ੂਜ਼ ਹੋ ਗਿਆ, ਠੀਕ ਹੈ। ਸਿਮਿਲਰਲੀ ਸਾਇੰਸ ਦੇ ਵਿੱਚ ਫੂਡ, ਮੈਟੀਰੀਅਲ, ਵਰਡ ਆਫ ਲਿਵਿੰਗ ਥਿੰਗਸ, ਮੂਵਿੰਗ, ਹਾਊ ਥਿੰਗਸ ਵਰਕ, ਨੈਚੁਰਲ ਫਿਨੋਮੀਨਾ, ਪੈਡਾਗੋਜੀਕਲ ਇਸ਼ੂਜ਼। ਸੋਸ਼ਲ ਸਟੱਡੀਜ਼ ਦੇ ਵਿੱਚ ਵੈਨ, ਵੇਅਰ, ਹਾਊ, ਅਰਲੀਐਸਟ ਸੁਸਾਇਟੀਜ਼, ਫਸਟ ਫਾਰਮਰਸ, ਫਸਟ ਸਿਟੀਜ਼, ਨਿਊ ਆਈਡੀਆਜ਼, ਫਸਟ ਐਮਪਾਇਰ। ਇਹ ਬਹੁਤ ਇੰਪੋਰਟੈਂਟ ਅਤੇ ਸਿੰਪਲ ਜਿਹੇ ਟੌਪਿਕ ਆ ਗਏ। ਰਿਵੋਲਟ, ਵੂਮਨ ਐਂਡ ਰਿਫੋਰਮ, ਹਨ ਇਹਨਾਂ 'ਤੇ ਕੁਐਸਚਨ ਆਉਂਦਾ ਹੀ ਆਉਂਦਾ, ਹਰ ਸਾਲ ਹੀ ਆਉਂਦਾ ਹੈਗਾ। ਇੰਡੀਆ ਆਫਟਰ ਇੰਡੀਪੈਂਡੈਂਸ, ਜੋਗ੍ਰਾਫੀ ਐਜ਼ ਏ ਸੋਸ਼ਲ ਸਟੱਡੀ, ਐਜ਼ ਏ ਸਾਇੰਸ, ਪਲੈਨਟ, ਗਲੋਬ, ਇਨਵਾਇਰਮੈਂਟ ਇਨ ਇਟਸ ਟੋਟਲੀ, ਏਅਰ, ਵਾਟਰ, ਸੋਸ਼ਲ ਐਂਡ ਪੋਲੀਟੀਕਲ ਲਾਈਫ। ਇਹ ਚੀਜ਼ਾਂ ਹੁਣ ਥੋੜ੍ਹੀਆਂ ਜਿਹੀਆਂ ਚੇਂਜ ਹੋਈਆਂ। ਡਾਇਵਰਸਿਟੀ, ਗਵਰਨਮੈਂਟ, ਲੋਕਲ ਗਵਰਨਮੈਂਟ, ਡੈਮੋਕ੍ਰੇਸੀ। ਅੱਗੇ ਇਹਨਾਂ ਨੂੰ ਥੋੜ੍ਹਾ ਜਿਹਾ ਨਹੀਂ ਇਹਨਾਂ ਨੇ ਐਕਸਪਲੇਨ ਕੀਤਾ ਹੁੰਦਾ ਸੀ, ਇਸ ਵਾਰੀ ਥੋੜ੍ਹਾ ਬਰੀਫ ਪੇਸ਼ ਕਰਤਾ। ਪੈਡਾਗੋਜੀਕਲ ਇਸ਼ੂਜ਼ ਵੀ ਆ ਗਏ ਉਸ ਤੋਂ ਬਾਅਦ, ਠੀਕ ਹੈ। ਪ੍ਰੋਜੈਕਟ ਵਰਕ, ਇਵੈਲੂਏਸ਼ਨ, ਕੰਸੈਪਟ ਆਫ ਸੋਸ਼ਲ ਸਾਇੰਸਿਸ, ਜਿਹੜਾ ਤੁਸੀਂ B.Ed ਦੇ ਵਿੱਚ ਪੜ੍ਹਦੇ ਹੋ, ਪੈਡਾਗੋਜੀ ਆਫ ਸੋਸ਼ਲ ਸਾਇੰਸ, ਉਹਦੇ ਨਾਲ ਰਿਲੇਟਡ ਸਾਰੇ ਟੌਪਿਕ ਹੁੰਦੇ ਆ ਇਹ। ਸੋ ਇਹ ਤਾਂ ਬੇਸਿਕ ਸੀਗਾ, ਮੇਨ ਹੀ ਸੀਗਾ। ਉਸ ਤੋਂ ਬਾਅਦ ਹੈਲਥ ਐਜੂਕੇਸ਼ਨ ਦੇ ਵਿੱਚ ਟੈਟ ਦਾ ਸਿਲੇਬਸ ਆ ਗਿਆ, ਜਿਹੜਾ ਆਸਪੈਕਟ ਆਫ ਹੈਲਥ ਐਜੂਕੇਸ਼ਨ, ਫਿਜ਼ੀਕਲ ਹੈਲਥ, ਮੈਂਟਲ ਹੈਲਥ, ਸੋਸ਼ਲ ਹੈਲਥ, ਫੈਕਟਰਸ ਇਨਫਲੂਐਂਸਿੰਗ ਹੈਲਥ, ਅਸੈਸਮੈਂਟ ਟੂਲਸ ਫॉर ਫਿਜ਼ੀਕਲ ਹੈਲਥ, ਫਸਟ ਏਡ ਦੇ ਉੱਤੇ ਕੁਐਸਚਨਸ ਆਉਣਗੇ, ਨਿਊਟ੍ਰੀਸ਼ਨ ਐਂਡ ਬੈਲੈਂਸ ਡਾਈਟ ਹੋ ਗਿਆ, ਯੋਗਾ ਹੋ ਗਿਆ। ਅੱਗੇ ਪਰਸਨਲ ਹਾਈਜੀਨ ਇੰਨਾ ਨਹੀਂ ਮੈਂਸ਼ਨ ਹੁੰਦਾ ਸੀ। ਮੇਜਰ ਧਿਆਨ ਚੰਦ, ਕਿਉਂਕਿ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਹੋ ਰਹੀ, ਉਹਨਾਂ ਦਾ ਅਰਲੀ ਲਾਈਫ, ਉਹਨਾਂ ਦਾ ਕਰੀਅਰ, ਫੋਕ, ਟਰਡੀਸ਼ਨਲ ਗੇਮਸ ਪੰਜਾਬ ਦੀਆਂ ਕਿਹੜੀਆਂ ਘੋਟਲਾ ਛਪਾਕੀ, ਜਿਵੇਂ ਹੈ ਨਾ, ਬਾਂਦਰ ਕਿੱਲਾ, ਰੋਪ ਸਕਿਪਿੰਗ, ਪਿੱਠੂ, ਨੈਸ਼ਨਲ ਸੌਂਗ ਅਤੇ ਨੈਸ਼ਨਲ ਐਂਥਮ, ਹਿਊਮਨ ਬੋਡੀ ਨਾਲ ਰਿਲੇਟਡ, ਬੋਡੀ ਪੋਸਚਰ, ਬੋਡੀ ਫੰਕਸ਼ਨਸ, ਫਿਜ਼ੀਕਲ ਕੈਪੈਸਿਟੀ, ਸੇਫਟੀ ਐਜੂਕੇਸ਼ਨ, ਨੈਸ਼ਨਲ ਫਲੈਗ, ਕਿਲਾ ਰਾਏਪੁਰ, ਹਿਸਟਰੀ ਆਫ ਵਿਲੇਜ ਕਿਲਾ ਰਾਏਪੁਰ, ਡਿਸਿਪਲਨ, ਪੋਸਚਰ ਐਂਡ ਇਟਸ ਡਿਫੋਰਮਿਟੀਜ਼, ਸਪੋਰਟਸ ਇੰਜਰੀਜ਼, ਵੈਲਿਊ ਆਫ ਸਪੋਰਟਸ। ਕਾਫੀ ਵਾਸਟ ਸਿਲੇਬਸ ਹੈ ਜਿਹੜਾ ਦਿੱਤਾ ਗਿਆ ਗਾ ਫਿਜ਼ੀਕਲ ਐਜੂਕੇਸ਼ਨ ਦਾ। ਸਕਾਊਟ ਐਂਡ ਗਾਈਡ। ਉਸ ਤੋਂ ਬਾਅਦ ਡਰਾਇੰਗ ਆਰਟ ਦਾ ਕਿਹੜਾ ਪੇਪਰ ਆ ਗਿਆ, ਉਹਦੇ ਵਿੱਚ ਟੂਲਸ ਯੂਜ਼ਡ ਇਨ ਜਿਓਮੈਟਰੀਕਲ ਸਕਿੱਲ ਔਰ ਡਰਾਇੰਗ, ਲਾਈਨਸ, ਟਾਈਪਸ ਆਫ ਲਾਈਨ, ਐਂਗਲ ਕਿਹੜੇ ਤਰ੍ਹਾਂ ਦੇ ਹੁੰਦੇ ਆ, ਟਰਾਇੰਗਲਸ, ਕੁਆਡਰੀਲੇਟਰਲਸ। ਇਹ ਥੋੜ੍ਹਾ ਜਿਹਾ ਮੈਥ ਨਾਲ ਰਿਲੇਟਡ ਹੈ ਨਾ। ਪੋਲੀਗਨਸ, ਸਰਕਲ, ਰੇਸ਼ੋ ਐਂਡ ਪ੍ਰਪੋਰਸ਼ਨ, ਸਿਮਿਲਰ ਫਿਗਰਸ, ਸੋਲਿਡਸ, ਲੇਇੰਗ ਸੋਲਿਡਸ ਇਨਕਲਾਈਨਡ ਇਨ ਅ ਵਰਟੀਕਲ ਪਲੇਨ। ਹਾਂਜੀ, ਇਹ ਸਾਰਾ ਹੀ ਮੈਥ ਨਾਲ ਰਿਲੇਟਡ ਹੈਗਾ। ਉਸ ਤੋਂ ਬਾਅਦ ਆਰਟ, ਉਹਦਾ ਪੇਪਰ 2, ਪੇਪਰ 1 ਦੇ ਲਈ ਸੀ, ਪੇਪਰ 2 ਦੇ ਲਈ ਵੀ ਆਰਟ ਥੋੜ੍ਹਾ ਜਿਹਾ ਹਾਈ ਲੈਵਲ ਆ ਗਿਆ। ਐਲੀਮੈਂਟਸ ਆਫ ਆਰਟ, ਕੋਲਾਜ ਆ ਗਿਆ, ਕਲੇ ਮੋਡਲਿੰਗ ਟੈਕਨੀਕ, ਮਾਡਲ ਡਰਾਇੰਗ,
ਹੈ ਨਾ, ਸਟੈਂਸ਼ਲ, ਲੈਂਡਸਕੇਪਿੰਗ, ਇਮੈਜੀਨੇਟਿਵ ਡਰਾਇੰਗ, ਫਿਗਰ ਡਰਾਇੰਗ। ਉਸ ਤੋਂ ਬਾਅਦ ਸੰਸਕ੍ਰਿਤ ਦਾ, ਇਹ ਸੰਸਕ੍ਰਿਤ ਦਾ ਸਿਲੇਬਸ ਉਹਨਾਂ ਨੇ ਹੈਂਡ ਰਿਟਨ ਹੀ ਦਿੱਤਾ ਹੋਏਗਾ। ਇਸਤਰੀਲਿੰਗ ਜਿਵੇਂ ਪੁਲਿੰਗ ਵਗੈਰਾ ਦਿੱਤੇ ਹੋਏ ਨੇਗੇ। ਫਿਰ ਹੋਮ ਸਾਇੰਸ ਦੇ ਵਿੱਚ ਗ੍ਰਹਿ ਵਿਵਸਥਾ ਦਾ ਅਰਥ ਕੀ, ਮੀਨਿੰਗ ਉਹਦਾ, ਪਰਿਵਾਰਿਕ ਸਾਧਨਾਂ ਦਾ ਪ੍ਰਬੰਧ, ਘਰ ਲੋੜ ਚੋਣ ਤੇ ਵਿੱਤੀ ਪ੍ਰਬੰਧ, ਅੰਦਰੂਨੀ ਸਜਾਵਟ ਤੇ ਸੰਭਾਲ, ਵਸਤਰ ਅਤੇ ਟੈਕਸਟਾਈਲ ਵਿਗਿਆਨ, ਭੋਜਨ ਤੇ ਪੋਸ਼ਣ ਵਿਗਿਆਨ, ਬਾਲ ਵਿਕਾਸ ਇਹਦੇ 'ਚ ਵੀ ਆਉਂਦਾ ਦੇਖੋ, ਹੈ ਨਾ, ਜਿਹੜਾ ਆਪਾਂ ਚਾਈਲਡ ਡਿਵੈਲਪਮੈਂਟ ਕੀਤਾ ਹੈਗਾ ਉਹ ਹੋਮ ਸਾਇੰਸ ਦੇ ਵਿੱਚ ਵੀ ਆਉਂਦਾ। ਦਿਸ ਇਜ਼ ਉਰਦੂ ਸਿਲੇਬਸ। ਫਿਰ ਮਿਊਜ਼ਿਕ ਦੇ ਲਈ ਆ ਗਿਆ, ਨੌਲੇਜ ਆਫ ਮਿਊਜ਼ੀਕਲ ਟਰਮਸ ਜਿਵੇਂ ਲਾਇਆ, ਅਲੰਕਾਰ, ਅਰੋਹ, ਵਡੀ ਸਵਾਰ, ਸਾਮਬਦੀ ਸਵਾਰ, ਮਥੁਰਾ, ਸਾਮ, ਹੈ ਨਾ, ਉਪਜ, ਨਵ। ਇਹ ਜਿਨ੍ਹਾਂ ਨੇ ਮਿਊਜ਼ਿਕ, ਜਿਨ੍ਹਾਂ ਨੇ ਪੜ੍ਹਿਆ ਹੋਇਆ ਰਾਜੇ, ਉਹਨਾਂ ਨੂੰ ਹੀ ਜ਼ਿਆਦਾ ਵਧੀਆ ਸਮਝ ਆਉਣਗੀਆਂ। ਗਿਆਨ ਸ਼ੈਲੀਜ਼ ਕਿਹੜੀਆਂ, ਮਿਊਜ਼ੀਕਲ ਡੈਫੀਨੇਸ਼ਨਸ ਆ ਗਈਆਂ, ਜਿਹ 'ਚ ਰਾਗ ਆ ਗਏ ਸਾਰੇ ਤਰ੍ਹਾਂ ਦੇ, ਤਬਲਾ, ਵੋਕਲ, ਹੈ ਨਾ, ਸਿਤਾਰ। ਡਿਟੇਲ ਸਟੱਡੀ ਆਫ ਫੋਲੋਇੰਗ ਇੰਸਟਰੂਮੈਂਟਸ, ਤਾਨਪੁਰ, ਤਬਲਾ, ਸਿਤਾਰ, ਹਾਰਮੋਨੀਅਮ। ਬਾਇਓਗ੍ਰਾਫਿਕਲ ਸਕੈਚਿਸ ਆ ਗਏ ਇਹਨਾਂ ਸਾਰਿਆਂ ਦੀਆਂ। ਡਿਟੇਲਡ ਨੌਲੇਜ ਆਫ ਰਾਗਸ ਇਨ ਇੰਡੀਅਨ ਕਲਾਸੀਕਲ ਮਿਊਜ਼ਿਕ, ਡਿਟੇਲਡ ਨੌਲੇਜ ਆਫ ਤਾਲ। ਤੇ ਸਾਰਾ ਕੀ ਸੀਗਾ, ਇਹ ਅੱਗੇ ਰਾਜੇ ਉੱਥੇ ਤੱਕ ਹੀ ਸੀ ਆਪਣਾ ਮੇਨ ਕੰਮ। ਸੋ ਦਿਸ ਇਜ਼ ਆਲ ਅਬਾਊਟ ਦਾ ਪੀਐਸ ਟੈਟ ਸਿਲੇਬਸ ਆਪਾਂ ਡਿਸਕਸ ਕਰ ਰਹੇ ਹਾਂ। ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਆਪਾਂ ਡਿਸਕਸ ਕਰ ਰਹੇ ਹਾਂ। ਅਤੇ ਮੈਂ ਤੁਹਾਨੂੰ ਵਾਰ-ਵਾਰ ਦੱਸਣਾ ਚਾਹੁੰਦੀ ਹਾਂ ਕਿ ਸਾਈਕੋਲੋਜੀ ਤਾਂ ਮੇਰੇ ਚੈਨਲ ਦੇ ਉੱਤੇ ਪਈ ਹੀ ਹੋਈ ਹੈ। ਇਸ ਦੇ ਨਾਲ ਸਾਇੰਸ ਦੇ ਵੀ ਕੁਛ ਲੈਕਚਰ ਪਏ ਆ। ਸੋਸ਼ਲ ਸਾਇੰਸ ਦੇ ਵਿੱਚ ਹਿਸਟਰੀ, ਪੋਲੀਟੀਕਲ ਸਾਇੰਸ ਦੇ ਇੰਪੋਰਟੈਂਟ MCQs ਵਗੈਰਾ ਵੀ ਕਵਰ ਕੀਤੇ ਹੋਏ ਨੇ। ਸਟਿਲ ਯੂ ਵਾਂਟ ਟੂ ਐਡ ਔਨ ਨਿਊ ਕੰਟੈਂਟ ਕਿ ਮੈਮ ਇਸ ਟੋਪਿਕ 'ਤੇ ਕਰਵਾ ਦਿਓ, ਕਿਉਂਕਿ ਹੁਣ ਪੀਐਸ ਟੈਟ ਦੇ ਵਿੱਚ ਰਾਜੇ ਆਪਣੇ ਕੋਲ ਜ਼ਿਆਦਾ ਸਮਾਂ ਨਹੀਂ। ਤੁਸੀਂ MCQ ਕਰਨਾ ਚਾਹੁੰਦੇ ਹੋ ਜਾਂ ਡਿਟੇਲਡ ਕੋਈ ਵੀ ਟੋਪਿਕ ਤੁਹਾਨੂੰ ਸਮਝ ਨਹੀਂ ਆ ਰਿਹਾ ਉਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿੰਦੇ ਹੋ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦੇ ਜਿਹੜੇ ਲਿੰਕ ਨੇ ਉਹ ਐਡ ਕਰ ਦਿੰਦੀ ਹਾਂ, ਤੁਹਾਨੂੰ ਉੱਥੋਂ ਵੇਖਣੇ ਆਸਾਨ ਹੋ ਜਾਣਗੇ। ਬਾਕੀ ਜੇਕਰ ਸਟਿਲ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਜੁੜੇ ਰਹੋ ਚੈਨਲ ਦੇ ਨਾਲ। ਧੰਨਵਾਦ।